ਅੱਜ ਦੇ ਸਫ਼ਰ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਸਾਡੇ ਨਾਲ ਅੱਜ ਹਨ ਬਹੁਤ ਹੀ ਖਾਸ ਮਹਿਮਾਨ ਪ੍ਰਾਊਡ ਸਿੱਖ ਐਂਟਰਪ੍ਰੀਨਿਓਰ ਸੋਨੀਆ ਡਾਂਗ ਜੀ। ਸੋਨੀਆ ਡਾਂਗ ਜੀ ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਮੈਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਦਾ, ਸੋਨੀਆ ਡਾਂਗ ਜੀ ਨਿਊਮਰੋਲੋਜਿਸਟ ਹਨ, ਵਾਸਤੂ ਕੰਸਲਟੈਂਟ ਹਨ, ਪਾਸਟ ਲਾਈਫ ਰਿਗਰੈਸ਼ਨ ਸਪੈਸ਼ਲਿਸਟ ਹਨ, ਇਹਦੇ ਨਾਲ ਟੈਰੋ ਰੀਡਰ ਵੀ ਹਨ ਤੇ ਨਾਲ ਵੈਰੀ ਗੁੱਡ ਹੀਲਰ ਆਲਸੋ। तो बहुत कुछ है उन्होंने बारे तो इस मुलाकात बहुत कुछ जानांगे उन्होंने तो और किस तरह के एक्सपीरियंसिस उन्होंने रहे। शुरुआत सब तो पहला सोनिया जी मैं ये जानना चाहांगी, शुरुआत किवें हुई है, किवें पता चलिया तुहानू कि तुसी ये करना है? मैं 13 साल दी सी, बहुत घट गल करनी है मैं इस बारे तो मैनू सपना आया कि खैर सपने की डिटेल्स च नहीं जावांगे पर यह दिखा कि गड्डी का एक्सीडेंट होया ਤੇ ਉਹਦੇ ਬਾਅਦ ਕਿਸੇ ਨੇ ਕਿਹਾ ਕਿ ਤੁਹਾਡੇ ਫਾਦਰ ਦੀ ਡੈਥ ਹੋ ਗਈ ਤੇ ਮੇਰੇ ਫਾਦਰ, ਮੈਂ ਉੱਠੀ ਰੋਂਦੇ ਰੋਂਦੇ ਉੱਠੀ ਤੇ ਮੇਰੇ ਫਾਦਰ ਉੱਥੇ ਹੀ ਸੀ। ਬੇਟਾ ਕੀ ਹੋਇਆ? ਤੇ ਜਿਸ ਤਰ੍ਹਾਂ ਬੱਚੇ ਦੇ ਮੂੰਹ ਤੋਂ ਨਿਕਲ ਜਾਂਦਾ ਹੈ ਕਿ ਬਈ ਪਾਪਾ ਮਰ ਗਏ। ਦੇਖਿਆ ਉਹ 3 ਸਾਲ ਬਾਅਦ ਦੈਟਸ ਐਗਜ਼ੈਕਟਲੀ ਦ ਵੇ ਹੀ ਡਾਈਡ। ਸੋ ਉਸ ਵੇਲੇ ਮੈਨੂੰ ਇਹ ਸਮਝ 'ਚ ਆਇਆ ਕਿ ਮੈਨੂੰ ਡ੍ਰੀਮਸ ਆਉਂਦੇ ਨੇ ਜੋ ਰਿਐਲਿਟੀ 'ਚ ਚੇਂਜ ਹੋ ਜਾਂਦੇ ਨੇ ਤੇ ਸਪਿਰਿਚੁਅਲ ਬੈਂਡ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸੀ। ਲੋਕ ਕਹਿੰਦੇ ਸੀ ਇਹ ਕੁਝ ਬੋਲਦੀ ਹੈ, ਹੋ ਜਾਂਦਾ ਹੈ। ਹੱਥ ਦੇਖਣਾ ਆਂਦਾ ਨਹੀਂ ਸੀ ਮੈਨੂੰ ਅੱਜ ਵੀ ਨਹੀਂ ਆਂਦਾ। ਆਈ ਐਮ ਨਾਟ ਐਨ ਐਸਟ੍ਰੋਲੋਜਰ, ਪਰ ਮੇਰੇ ਜਿਹੜੇ ਘਰ ਵਾਲੇ ਭਰਾ ਵੱਡੇ ਮਜ਼ਾਕ ਨਾਲ, ਅੱਛਾ ਮੇਰਾ ਹੱਥ ਦੇਖ, ਤੋ ਕੁਝ ਬੋਲਣਾ ਉਹ ਹੋ ਜਾਣਾ। ਸੋ ਦੈਟਸ ਹਾਊ ਆਈ ਰਿਅਲਾਈਜ਼ that there is something which is not normal about me, which is different, and I should not say not normal but different. तो ਤੁਸੀਂ ਇਹਨੂੰ ਸੀਰੀਅਸਲੀ ਫਿਰ ਕਦੋਂ ਲਿਆ? देखो मैं बहुत ज़्यादा पाठ पूजा जो तो बहुत देर च सी, बट मेरा विआह बहुत छोटी उम्र च हो गया सी। मैं 22 साल दी सी ते यू नो वंस आई वाज 23 आई ऑलरेडी हैड माई सन। तो जदों वो की नाम है थोड़ा वड्डा होया तो 2010 च मैं फिर इस चीज़ नूं बहुत सीरियसली परस्यू करना शुरू किया। प्रॉपर कोर्सेस किए टैरो च, वास्तु च, न्यूमरोलॉजी च, पास्ट लाइफ च, हीलिंग्स च, एंड देन आई स्टार्टेड वर्किंग। ਉਹ 'ਚ ਵੀ ਕੁਝ ਸਾਈਨ ਮਿਲਿਆ ਸੀ ਕਿ ਸ਼ੁਰੂ ਕੀਤਾ ਜਾਵੇ? ਦੇਖੋ ਕਹਿੰਦੇ ਨੇ ਜਦੋਂ ਤੁਸੀਂ ਆਪ ਦੁੱਖ ਨੂੰ ਦੇਖਦੇ ਹੋ ਤੇ ਤੁਹਾਨੂੰ ਦੂਜੇ ਦਾ ਦੁੱਖ ਜ਼ਿਆਦਾ ਅੱਛੇ ਨਾਲ ਸਮਝ 'ਚ ਆਉਂਦਾ ਹੈ। ਮੇਰੇ ਹਸਬੰਡ ਨੂੰ 2006 'ਚ ਕੈਂਸਰ ਹੋਇਆ ਸੀ ਜੀ ਤੇ ਉਸ ਵੇਲੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਨੂੰ ਪੁੱਛਿਆ ਜਾਏ, ਕਿਸ ਤੋਂ ਸਮਝਿਆ ਜਾਏ। ਸੋ ਆਈ ਥੋਟ ਕਿ ਖੁਦ ਸਿੱਖਾਂ, ਬਿਕੋਜ਼ ਇੱਕ ਰੱਬ ਦੀ ਵੱਲੋਂ ਕਲੈਰਵੋਇੰਟ ਵੀ ਹਾਂ ਤੇ ਇੱਕ ਉਹ ਗੋਡ ਗਿਫਟ ਹੈ ਤੇ ਖੁਦ ਸਿੱਖ ਕੇ ਖੁਦ ਕੀਤਾ ਜਾਏ ਤੇ ਜ਼ਿਆਦਾ ਬੈਟਰ ਹੈ। ਸੋ ਦੈਟਸ ਹਾਊ ਆਈ ਸਟਾਰਟਡ। ਉਸ ਐਕਸਪੀਰੀਅੰਸ ਨੂੰ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ? ਸ਼ੁਰੂਆਤ ਤੋਂ ਹੋਈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਯੂ ਨੋ ਵੰਸ ਆਈ ਸਟਾਰਟਡ ਤਾਂ ਮੈਨੂੰ ਖੁਦ ਹੀ ਸਮਝ ਆਉਂਦਾ ਸੀ ਕਿ ਹੁਣ ਇਹ ਰੈਮੇਡੀ ਕਰਨੀ ਹੈ, ਹੁਣ ਇਹ ਚੀਜ਼ ਕਰਨੀ ਹੈ, ਹੈਲਥ ਲਈ ਇਹ ਚੀਜ਼ਾਂ ਕਰਨੀਆਂ ਨੇ। ਐਂਡ ਵੰਸ ਇਟ ਸਟਾਰਟਡ ਹੈਲਪਿੰਗ, ਜੋ ਮੈਨੂੰ ਆਪਣੇ ਨਾਲ ਐਕਸਪੀਰੀਐਂਸਿਸ ਹੁੰਦੇ ਸੀ ਉਹਦੇ ਵਿੱਚ ਮੈਨੂੰ ਕੌਨਫੀਡੈਂਸ ਆ ਜਾਂਦਾ ਸੀ ਕਿ ਹੁਣ ਇਹ ਜਿਹੜੀ ਚੀਜ਼ ਹੈ ਇਹ ਦੂਜਿਆਂ ਨਾਲ ਜੇ ਕਰਾਂਗੇ ਤਾਂ ਉਹਨਾਂ ਨੂੰ ਵੀ ਠੀਕ ਗਾਈਡ ਕੀਤਾ ਜਾ ਸਕਦਾ ਹੈ। ਹਾਂ ਤੇ ਸ਼ੁਰੂਆਤ ਜਿਵੇਂ ਤੁਸੀਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੀ ਹੀ ਫੈਮਿਲੀ, ਉਹ ਵੀ ਸਭ ਤੋਂ ਕਲੋਜ਼ ਰਿਲੇਸ਼ਨ ਤੁਸੀਂ ਸ਼ੁਰੂਆਤ ਕੀਤੀ ਹਸਬੈਂਡ ਤੇ ਹਸਬੈਂਡ ਉਹਨਾਂ ਦਾ ਸਪੋਰਟ ਸੀਗਾ ਤੁਹਾਨੂੰ? ਐਬਸੋਲੂਟਲੀ ਐਬਸੋਲੂਟਲੀ ਹੀ ਇਜ਼ ਆਲਵੇਜ਼ ਬੀਨ ਵੈਰੀ ਵੈਰੀ ਸਪੋਰਟਿਵ। ਬਾਕੀ ਇਨ-ਲॉज में ਹਾਂ ਬਿਲਕੁਲ, ਮੇਰੇ ਤੁਸੀਂ ਦੇਖ ਰਹੇ ਹੋ, ਤੁਸੀਂ ਇਸ ਘਰ 'ਚ ਬੈਠੇ ਹੋ, ਮੇਰੇ ਇਨ-ਲॉज ਥੱਲੇ ਨੇ ਤੇ ਦੇਵ ਆਲਵੇਜ਼ ਬੀਨ ਬੇਟੀਆਂ ਵਾਂਗ ਲੈਂਦੇ ਨੇ। ਇੰਨੇ ਸਾਲ ਹੋ ਗਏ, ਹੁਣ ਤੇ 23 ਸਾਲ ਹੋ ਗਏ ਮੇਰੇ ਵਿਆਹ ਨੂੰ ਤੇ ਵੈਰੀ ਵੈਰੀ ਸਪੋਰਟਿਵ। ਅੱਛਾ, ਤੁਸੀਂ ਟੈਰੋ ਰੀਡਿੰਗ ਕਰਦੇ ਹੋ? ਟੈਰੋ ਰੀਡਿੰਗ ਜਨਰਲੀ ਮੇਰੇ ਖਿਆਲ 'ਚ ਬੜੇ ਅੱਜਕੱਲ ਬਹੁਤ ਕਾਮਨ ਹੈ, ਸਭ ਨੂੰ ਪਤਾ ਵੀ ਹੈ, ਪਰ ਮੈਂ ਸੁਣਿਆ ਕਿ ਤੁਹਾਡੀ ਟੈਰੋ ਰੀਡਿੰਗ ਥੋੜੀ ਡਿਫਰੈਂਟ ਹੁੰਦੀ ਹੈ। ਤਾਂ ਕਿਸ ਤਰ੍ਹਾਂ ਡਿਫਰੈਂਟ ਹੁੰਦੀ ਹੈ? ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿੰਨੀ ਮੈਨੂੰ ਨੌਲੇਜ ਹੈ, ਜਿਹੜਾ ਬੰਦਾ ਆ ਰਿਹਾ ਹੈ ਉਹਨੂੰ ਜਿੰਨਾ ਵੀ ਬੈਨੀਫਿਟ ਹੋ ਪਾਇਆ ਇਸ ਨੌਲੇਜ ਤੋਂ। ਤੇ ਜਦੋਂ ਮੈਂ ਟੈਰੋ ਦਾ ਸੈਸ਼ਨ ਕਰਨੀ ਹਾਂ ਤੇ ਮੈਂ ਪਹਿਲੇ ਨਿਊਮਰੋਲੋਜੀ ਤੋਂ ਸਟਾਰਟ ਕਰਨੀ ਹਾਂ, ਜਿੱਥੇ ਤੁਹਾਡੇ ਡੇਟ ਆਫ ਬਰਥ ਦੇ ਹਿਸਾਬ ਤੇ ਤੁਹਾਡੀ ਪਰਸਨੈਲਿਟੀ ਜਿਹੜੇ ਨੈਗੇਟਿਵ ਪੋਜ਼ਿਟਿਵ ਪੁਆਇੰਟਸ ਨੇ ਉਹਨਾਂ ਤੇ ਤੁਹਾਨੂੰ ਕਾਉਂਸਲ ਕੀਤਾ ਜਾਂਦਾ ਹੈ। ਸਾਲ ਦਾ ਕੀ ਇੰਪੈਕਟ ਹੈ ਤੁਹਾਡੇ ਡੇਟ ਆਫ ਬਰਥ ਦੇ ਹਿਸਾਬ ਤੇ, ਉਹਦੇ ਤੇ ਤੁਹਾਨੂੰ ਕਾਉਂਸਲ ਕੀਤਾ ਜਾਂਦਾ ਹੈ। ਫਿਰ ਟੈਰੋ ਤੋਂ ਤੁਸੀਂ ਜੋ ਵੀ ਕੁਐਸਚਨਸ ਪੁੱਛਣੇ ਨੇ, 1 ਘੰਟੇ ਦਾ ਸੈਸ਼ਨ ਹੁੰਦਾ ਹੈ, ਟੂ ਦੀ ਐਕਸਟੈਂਟ ਕਿ ਜੇ ਤੁਸੀਂ ਕਿਸੇ ਦਾ ਨਾਂ ਲਓਗੇ ਤਾਂ ਮੈਂ ਤੁਹਾਨੂੰ ਇਹ ਤੱਕ ਦੱਸ ਸਕਦੀ ਹਾਂ ਸਾਹਮਣੇ ਵਾਲਾ ਤੁਹਾਡੇ ਬਾਰੇ 'ਚ ਸੋਚ ਕੀ ਰਿਹਾ ਹੈ ਜਦੋਂ ਟੈਰੋ ਰੀਡਿੰਗ ਹੋ ਰਹੀ ਹੈ। ਤੇ ਉਹਦੇ ਬਾਅਦ ਉਪਾਏ ਵੀ, ਰੈਮੇਡੀਜ਼ ਵੀ ਇਨਕਲੂਡ ਕੀਤੀਆਂ ਜਾਂਦੀਆਂ ਨੇ ਤੇ ਤੁਹਾਡੇ ਪ੍ਰੋਬਲਮ ਦੇ ਹਿਸਾਬ ਨਾਲ ਵਾਸਤੂ ਟਿਪਸ ਵੀ ਇਨਕਲੂਡ ਕੀਤੇ ਜਾਂਦੇ ਨੇ। ਤੇ 1 ਘੰਟੇ ਦਾ ਸੈਸ਼ਨ ਹੁੰਦਾ ਹੈ, ਨਿਊਮਰੋਲੋਜੀ ਨਾਲ ਸਟਾਰਟ ਹੁੰਦਾ ਹੈ, ਫਿਰ ਟੈਰੋ ਤੇ, ਫਿਰ ਰੈਮੇਡੀਜ਼ ਤੇ, ਫਿਰ ਵਾਸਤੂ ਟਿਪਸ ਤੇ। ਤੇ ਨੋਰਮਲੀ ਲੋਕੀ ਕਹਿੰਦੇ ਨੇ ਜੋ ਐਕਸਪੀਰੀਅੰਸ ਕਰਕੇ ਆਉਂਦੇ ਨੇ ਉਹ ਤੇ ਸਿਰਫ ਟੈਰੋ ਰੀਡਿੰਗ ਹੁੰਦੀ ਹੈ ਤੇ ਉਪਾਏ ਦੱਸੇ ਜਾਂਦੇ ਨੇ। ਤੇ ਮੈਨੂੰ ਇੱਥੇ ਲੱਗਦਾ ਹੈ ਕਿ ਦੇਖੋ, ਜੇ ਮੈਂ ਇਹ ਨਾ ਦੱਸਾਂ ਕਿ ਸਾਲ ਦਾ ਕੀ ਅਸਰ ਹੈ
ਤੇ ਸਾਲ ਦਾ ਅਸਰ ਤੰਗ ਕਰਦਾ ਰਹੇਗਾ। ਅੱਛਾ ਜੇ ਤੁਹਾਨੂੰ ਇਹ ਨਾ ਦੱਸਿਆ ਜਾਏ ਕਿ ਤੁਹਾਡੀ ਪਰਸਨੈਲਿਟੀ ਦੇ ਇਹ ਨੈਗੇਟਿਵ ਇਹ ਪੋਜ਼ਿਟਿਵ ਪੁਆਇੰਟਸ ਨੇ ਤੇ ਤੁਸੀਂ ਉਸ ਤਰ੍ਹਾਂ ਹੀ ਰਿਐਕਟ ਕਰਦੇ ਰਹੋਗੇ, ਸਾਹਮਣੇ ਤੋਂ ਵੀ ਆਊਟਕਮ ਉਸ ਤਰ੍ਹਾਂ ਹੀ ਆਏਗਾ ਤੇ ਫਿਰ ਟੈਰੋ ਰੀਡਿੰਗ ਜਿੰਨੀ ਮਰਜ਼ੀ ਕਰ ਲੀजिए ਤੁਹਾਡਾ ਬਿਹੇਵੀਅਰ ਤੇ ਚੇਂਜ ਹੋਇਆ ਨਹੀਂ। ਫਿਰ ਕੀ ਹੁੰਦਾ, ਕਹਿੰਦੇ ਨਾ ਸਰਕਲ ਆਫ ਕਰਮਾ ਹੈ। ਜਿਹੜੀ ਪ੍ਰੋਬਲਮ ਟੈਰੋ ਰੀਡਿੰਗ ਤੇ ਦੇਖੀ ਜਾਂਦੀ ਹੈ ਉਸ ਤਰ੍ਹਾਂ ਦਾ ਵਾਸਤੂ ਡਿਫੈਕਟ ਤੁਹਾਡੇ ਘਰ 'ਚ ਜ਼ਰੂਰ ਹੋਏਗਾ ਟੂ ਪ੍ਰਮੋਟ ਦੈਟ ਪ੍ਰੋਬਲਮ ਇਨ ਯੋਰ ਲਾਈਫ। ਤੇ ਜੇ ਉਹ ਵਾਸਤੂ ਡਿਫੈਕਟ ਨੂੰ ਨਹੀਂ ਟੱਚ ਕੀਤਾ ਗਿਆ ਫਿਰ ਵੀ ਪ੍ਰੋਬਲਮ ਰਹੀ। ਸੋ ਆਈ ਟਰਾਈ ਟੂ ਅਟੈਕ ਦ ਪ੍ਰੋਬਲਮ ਫਰਮ ਆਲ ਦ ਸਾਈਡਸ। ਸੋ ਦੈਟਸ ਹਾਊ ਆਈ ਡੂ ਟੈਰੋ। ਅੱਛਾ ਤੁਸੀਂ ਵਾਸਤੂ ਕੰਸਲਟੈਂਟ ਵੀ ਹੋ। ਅੱਜਕੱਲ ਜਦ ਅਸੀਂ ਵਾਸਤੂ ਦੀ ਗੱਲ ਕਰਦੇ ਤਾਂ ਜਨਰਲੀ ਹੁੰਦਾ ਹੈ ਕਿ ਅੱਜਕੱਲ ਕਿਉਂਕਿ ਵੱਡੇ ਵੱਡੇ ਸ਼ਹਿਰਾਂ ਦੀ ਗੱਲ ਵੀ ਕਰੀਏ ਤੇ ਵਾਸਤੂ ਦੇ ਹਿਸਾਬ ਨਾਲ ਘਰ ਬਣਨੇ ਬੜੇ ਹੀ ਮੁਸ਼ਕਿਲ ਨੇ ਤੇ ਫਿਰ ਤੋੜ ਫੋੜ ਕਰਨ ਦਾ ਇੱਕ ਆਈਡੀਆ ਵੀ, ਅਗਰ ਕੋਈ ਵਾਸਤੂ ਕਿਸੇ ਨੂੰ ਕੰਸਲਟ ਕਰਨਾ ਚਾਹੁੰਦਾ ਵੀ ਹੈ ਤਾਂ ਤੋੜ ਫੋੜ ਦਾ ਆਈਡੀਆ ਕਰਕੇ ਨਾ ਥੋੜਾ ਜਿਹਾ ਪਿੱਛੇ ਹਟ ਜਾਂਦਾ, ਮਤਲਬ ਡਰ ਜਾਂਦਾ ਹੈ ਕਿਉਂਕਿ ਤੋੜ ਫੋੜ ਵੀ ਮੁਮਕਿਨ ਨਹੀਂ ਹੈ ਅੱਜਕੱਲ। ਦੇਖੋ ਭਾਵੇਂ ਟੈਰੋ ਹੈ ਭਾਵੇਂ ਵਾਸਤੂ ਹੈ, ਪਹਿਲੀ ਗੱਲ ਤੇ ਇਹ ਹੈ ਮੈਂ ਫੋਨ ਤੇ ਦੁਨੀਆ ਭਰ 'ਚ ਪ੍ਰੋਪਰਟੀਜ਼ ਦੇ ਵਾਸਤੂ ਕਰੈਕਟ ਕੀਤੇ ਹੋਏ ਆ ਤੇ ਟੈਰੋ ਰੀਡਿੰਗ ਲਈ ਵੀ ਪੂਰੀ ਦੁਨੀਆ ਤੋਂ ਕਾਲਸ ਆਉਂਦੇ ਨੇ। ਆਉਣ ਜਾਣ ਦਾ ਟਾਈਮ ਬਚਦਾ ਹੈ ਲੋਕਾਂ ਦਾ, ਜਿੱਥੇ ਵੀ ਹੋ ਤੁਸੀਂ ਕੰਫਰਟੇਬਲੀ ਕਰਾ ਸਕਦੇ ਹੋ। ਸਪੈਸ਼ਲੀ ਹੁਣ ਜਿਹੜਾ ਕੋਵਿਡ ਟਾਈਮ ਨਿਕਲਿਆ ਤੇ ਲੋਕੀ ਆਉਣ 'ਚ ਡਰ ਰਹੇ ਸੀ। ਵਾਸਤੂ ਦੀ ਗੱਲ ਕਰੀਏ ਤੇ ਇਹ ਜਿਹੜਾ ਤੁਸੀਂ ਗੱਲ ਕਹੀ ਇਹ ਜਨਰਲੀ ਇੱਕ ਮਿਸਕਨਸੈਪਸ਼ਨ ਹੈ ਕਿ ਵਾਸਤੂ ਕੰਸਲਟੈਂਟ ਜਿਹੜਾ ਹੈ ਉਹ ਘਰ 'ਚ ਘੁਸੇਗਾ ਤੇ ਉਹਨੇ ਤੋੜ-ਫੋੜ ਕਰ ਦੇਣੀ ਹੈ। ਜੇ ਮੇਰੇ ਘਰ ਕੋਈ ਆ ਕੇ ਬੋਲੇ ਜੀ ਇੱਥੋਂ ਐ ਤੋੜ ਦਿਓ ਤੇ ਇੱਥੇ ਤੋੜ ਦਿਓ, ਮੈਂ ਵੀ ਘਬਰਾ ਜਾਵਾਂਗੀ। ਤੇ ਵਾਸਤੂ 'ਚ ਜਿਹੜਾ ਮੇਰਾ USP ਹੈ ਉਹ ਇਹ ਹੈ ਕਿ ਮੈਂ ਵਾਸਤੂ ਕਰਨੀ ਹਾਂ ਫੈਂਗਸ਼ੂਈ ਨਾਲ। ਜਿੰਨੇ ਵੀ ਤੁਹਾਡੇ ਘਰ 'ਚ ਨੈਗੇਟਿਵ ਵਾਸਤੂ ਡਿਫੈਕਟਸ ਨੇ ਉਹਨਾਂ ਨੂੰ ਬਿਨਾਂ ਤੋੜਾ ਤਾੜੀ ਦੇ ਫੈਂਗਸ਼ੂਈ ਨਾਲ ਠੀਕ ਕੀਤਾ ਜਾਂਦਾ ਹੈ ਤੇ ਨਾਲੇ ਬਹੁਤ ਸਾਰੇ ਲੱਕ ਇਨਹੈਂਸਰਸ ਪਾਏ ਜਾਂਦੇ ਨੇ ਜਿਹਦੇ ਦੇ ਨਾਲ ਨੈਗੇਟਿਵ ਵਾਸਤੂ ਦੀ ਪ੍ਰਾਪਰਟੀ ਦੇ ਨਾਲ ਵੀ ਤੁਹਾਨੂੰ ਫਾਇਦਾ ਹੋਏਗਾ। ਤੁਸੀਂ ਇੱਕ ਗੱਲ ਜਾਣ ਕੇ ਹੈਰਾਨ ਹੋਗੇ, ਮੇਰਾ ਜਿਹੜਾ ਇਹ ਘਰ ਹੈ ਇਹ ਸਾਊਥ ਫੇਸਿੰਗ ਘਰ ਹੈ ਵਿਚ ਇਜ਼ ਵਨ ਆਫ ਦ ਬਿਗੇਸਟ ਵਾਸਤੂ ਡਿਫੈਕਟਸ। ਤੇ ਜਦ ਤੱਕ ਮੈਨੂੰ ਨਹੀਂ ਪਤਾ ਸੀ, ਜਦ ਤੱਕ ਨਹੀਂ ਸਿੱਖਿਆ ਸੀ ਤੇ ਬੜੀ ਚੀਜ਼ਾਂ ਹੁੰਦੀਆਂ ਸੀ, ਕੋਈ ਬਿਮਾਰ ਪੈ ਗਿਆ, ਵੱਡੇ ਲਾਸਿਸ ਹੋ ਗਏ, ਦਿੱਕਤਾਂ ਹੋ ਗਈਆਂ। ਜਦ ਮੈਨੂੰ ਸਮਝ 'ਚ ਆਇਆ ਤੇ ਉਹਨੂੰ ਕਰੈਕਟ ਕੀਤਾ, ਉਹਦੇ ਬਾਅਦ ਐਸੇ ਘਰ 'ਚ ਬੈਠੇ ਹਾਂ ਤੁਹਾਡੇ ਸਾਹਮਣੇ ਤੇ ਫਲਦੇ ਫੁੱਲਦੇ ਪਏ ਆ। ਸੋ ਦੈਟ ਇਜ਼ ਦ USP। ਫੋਨ ਤੇ ਵੀ ਮੈਂ ਕਰਨੀ ਹਾਂ, ਵਿਜ਼ਿਟ ਕਰਕੇ ਵੀ ਕਰਨੀ ਹਾਂ, ਦੇयर इज नो ब्रेकेज एंड द वास्तु कैन बी करेक्टेड। ਪਾਸਟ ਲਾਈਫ ਰਿਗਰੈਸ਼ਨ ਇਹ ਕੀ ਹੁੰਦਾ ਹੈ? ਦੇਖੋ ਹੁੰਦਾ ਕੀ ਹੈ ਕਿ ਸਬਕੌਂਸ਼ੀਅਸ ਤੇ ਕੌਂਸ਼ੀਅਸ ਮਾਈਂਡ ਦਾ ਕਨਸੈਪਟ ਹੈ। ਸਬਕੌਂਸ਼ੀਅਸ ਮਾਈਂਡ ਜਿਹੜਾ ਹੁੰਦਾ ਹੈ ਇਹ ਆਲਮੋਸਟ 88% ਹੁੰਦਾ ਹੈ ਟੋਟਲ ਮਾਈਂਡ ਦਾ, ਤੇ ਜਿਹੜਾ ਕੌਂਸ਼ੀਅਸ ਮਾਈਂਡ ਹੈ ਦੈਟਸ ਓਨਲੀ ਅ ਪੂਅਰ 12% ਸਰਵੈਂਟ। ਜਿਹੜਾ ਕੌਂਸ਼ੀਅਸ ਮਾਈਂਡ ਹੈ, ਅਸੀਂ ਇਸ ਦੁਨੀਆ 'ਚ ਆਏ, ਸਾਨੂੰ ਮਾਪਿਓ ਨੇ ਕਿਹਾ ਜੀ ਉਂਗਲ ਇਹਦੇ ਵਿੱਚ ਨਹੀਂ ਪਾਣੀ, ਸੌਕੇਟ 'ਚ ਕਰੰਟ ਪੈ ਜਾਏਗਾ, ਇਸ ਤਰੀਕੇ ਨਾਲ ਬਿਹੇਵ ਕਰਨਾ ਹੈ। ਜੋ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਪੇਰੈਂਟਸ ਨੂੰ ਪੁੱਛੋ, ਕਿਸੇ ਨੇ ਕਦੀ ਨਹੀਂ ਕਿਹਾ ਆਪਣੇ ਸਬਕੌਂਸ਼ੀਅਸ ਨੂੰ ਜਾ ਕੇ ਪੁੱਛੋ ਕੀ ਕਰਨਾ ਹੈ। ਸਬਕੌਂਸ਼ੀਅਸ ਮਾਈਂਡ 'ਚ ਜਿੰਨੇ ਵੀ ਬਰਥ ਇੱਕ ਸੋਲ ਨੇ ਲਿੱਤੇ ਹੁੰਦੇ ਨੇ ਉਹਨਾਂ ਦੀ ਇਨਫੋਰਮੇਸ਼ਨ ਹੁੰਦੀ ਹੈ ਤੇ ਸਬਕੌਂਸ਼ੀਅਸ ਜੋ ਸੋਚ ਰਿਹਾ ਹੁੰਦਾ ਉਹੀ ਹੈ। ਐਂਡ ਦ ਬੈਸਟ ਪਾਰਟ ਇਜ਼ ਕਿ ਕੌਂਸ਼ੀਅਸ ਮਾਈਂਡ ਨੂੰ ਕੋਈ ਆਈਡੀਆ ਹੀ ਨਹੀਂ ਸਬਕੌਂਸ਼ੀਅਸ ਕੀ ਸੋਚ ਰਿਹਾ ਹੈ। ਤੇ ਜਦੋਂ ਕਈ ਵਾਰੀ ਲੋਕ ਆਉਂਦੇ ਨੇ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਨਾਲ ਇਹ ਚੀਜ਼ ਕਿਉਂ ਹੋ ਰਹੀ ਹੈ, ਤੇ ਅਸੀਂ ਪਹਿਲੇ ਉਹਨਾਂ ਨੂੰ ਇੰਟਰਵਿਊ ਦੇ ਥਰੂ ਅੰਡਰਸਟੈਂਡ ਕਰਨੇ ਆ ਕਿ ਇਸ ਲਾਈਫ ਟਾਈਮ 'ਚ ਕੋਈ ਇਹਦਾ ਰੀਜ਼ਨ ਹੈ। ਜੇ ਨਾ ਮਿਲੇ ਤੇ ਫਿਰ ਪਾਸਟ ਲਾਈਫ ਤੇ ਜਾਇਆ ਜਾਂਦਾ ਹੈ। ਹੁੰਦਾ ਕੀ ਹੈ, ਜਦ ਮੈਨੂੰ ਇਹ ਪਤਾ ਲੱਗ ਜਾਏ ਪਾਸਟ ਲਾਈਫ 'ਚ ਜਾ ਕੇ ਕਿ ਮੈਂ ਜੋ ਸਬਕੌਂਸ਼ੀਅਸ ਮਾਈਂਡ ਨੂੰ ਟੈਪ ਕੀਤਾ ਜਾਂਦਾ ਹੈ ਹਿਪਨੋਟਿਜ਼ਮ ਦੇ ਥਰੂ, ਜਦ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰੇ ਨਾਲ ਇਹ ਕਿਉਂ ਹੋਇਆ, ਕਿਉਂਕਿ ਮੈਂ ਇਹ ਕੀਤਾ ਸੀ ਇਸ ਲਈ ਮੈਨੂੰ ਇਸ ਜਨਮ 'ਚ ਆ ਕੇ ਇਸ ਚੀਜ਼ ਦਾ ਇਹ ਨਤੀਜਾ ਮਿਲਿਆ, ਤੇ ਫਿਰ ਕੀ ਹੁੰਦਾ, ਉਹ ਜਿਹੜਾ ਇਸ਼ੂ ਹੁੰਦਾ ਹੈ ਉਹ ਨਾਨ ਇਸ਼ੂ ਬਣ ਜਾਂਦਾ ਹੈ। ਤੇ ਜਦੋਂ ਨਾਨ ਇਸ਼ੂ ਬਣ ਜਾਂਦਾ ਇਟ ਸਟਾਪਸ ਬੋਦਰਿੰਗ ਯੂ। ਜਿਸ ਤਰ੍ਹਾਂ ਬੜਾ ਕੁਐਸਚਨ ਆਉਂਦਾ ਹੈ ਕਿ ਮੈਨੂੰ ਹਾਈਟਸ ਤੋਂ ਬੜਾ ਡਰ ਲੱਗਦਾ ਹੈ, ਮੈਨੂੰ ਅੰਧੇਰੇ ਤੋਂ ਡਰ ਲੱਗਦਾ ਹੈ, ਮੈਂ ਤੇ ਕੀ ਰੀਜ਼ਨਸ ਨੇ? ਅੱਛਾ ਅੱਜ ਇਸ ਜਨਮ 'ਚ ਕਿੱਥੇ ਤੁਸੀਂ ਡਿੱਗੇ ਸੀ, ਕੋਈ ਅੰਧੇਰੇ ਕਮਰੇ 'ਚ ਕੁਝ ਹੋਇਆ ਸੀ? ਨਹੀਂ। ਫਲਾਈਟ ਦਾ ਬੜਾ ਫੀਅਰ ਹੈ, ਤੇ ਜਦੋਂ ਤੁਸੀਂ ਜਾ ਕੇ ਦੇਖਦੇ ਹੋ ਕਿ ਇਹ ਕਾਰਨ ਸੀ ਤੇ ਉਹ ਇਸ਼ੂ ਰਿਜ਼ੋਲਵ ਹੋ ਜਾਂਦਾ ਹੈ, ਪ੍ਰੋਬਲਮ ਨਹੀਂ ਰਹਿੰਦੀ। ਸੋ that is the benefit of a past life regression। यानी कि जो फोबियाज है किसी दी जिंदगी च अगर तो फोबियाज दे पीछे कोई बड़ा डीप रीजन ਹੁੰਦਾ ਹੈ which can be healed। see not just phobias, ਕਈ ਵਾਰੀ questions ਹੁੰਦੇ, ਲੋਕ ਆਂਦੇ ਨੇ ਜੀ ਮੈਂ ਜਿੰਨਾ ਕਰਨਾ ਮੈਨੂੰ ਉਹਨਾਂ ਵਾਪਸ ਨਹੀਂ ਮਿਲਦਾ। ਅੱਛਾ ਇਹ ਤਾਂ ਬੜਾ ਕਾਮਨ ਕੁਐਸਚਨ this is a very common question and ਕਈ ਵਾਰੀ ਹੁੰਦਾ ਹੈ ਕਿ ਨਹੀਂ ਕਿਉਂ ਹੁੰਦਾ ਫਿਰ ਤੇ ਬੜਾ ਇਹਨਾਂ ਡੀਪ ਇੰਟਰਵਿਊਜ਼ ਲੈਣੀ ਪੈਂਦੀਆਂ ਨੇ ਉਹਦੇ ਨਾਲ, ਬੰਦੇ ਨਾਲ ਬੈਠ ਕੇ, ਜਿਹਦੇ ਨਾਲ ਫਿਰ ਪਤਾ ਲੱਗਦਾ ਹੈ ਕਿ ਜੇ ਇਸ ਲਾਈਫ 'ਚ ਨਹੀਂ ਹੈ ਇਹਦਾ ਰੀਜ਼ਨ, ਫਿਰ ਪਾਸਟ ਲਾਈਫ ਟੈਪ ਕਰਕੇ ਜਦੋਂ ਇਸ਼ੂ ਰਿਜ਼ੋਲਵ ਹੋ ਜਾਂਦਾ ਹੈ ਨਾ, ਤੇ ਤੁਹਾਡਾ ਬਿਹੇਵੀਅਰ ਦੇਖੋ ਕੀ ਹੈ, ਸਾਰੀ ਚੀਜ਼ ਹੈ ਵਾਈਬਸ ਦੀ। ਜਿਸ ਤਰ੍ਹਾਂ ਅਸੀਂ ਇੰਟਰਵਿਊ ਦੇ ਪਹਿਲੇ ਗੱਲ ਕਰ ਰਹੇ ਸੀ ਥਾਟ ਦੇ ਬਾਰੇ 'ਚ, ਤੇ ਜਦੋਂ ਮੈਂ ਇਹ ਥਾਟ ਭੇਜ ਰਹੀ ਹਾਂ ਯੂਨੀਵਰਸ ਨੂੰ ਕਿ ਮੈਂ ਕਰਨੀ ਆ ਮੈਨੂੰ ਨਹੀਂ ਮਿਲਦਾ, ਮੈਂ ਕਰਨੀ ਆ ਮੈਨੂੰ ਨਹੀਂ ਮਿਲਦਾ, ਤੇ ਉਹੀ ਜਾ ਰਿਹਾ ਹੈ ਤੇ ਉਹੀ ਰਿਫਲੈਕਟ ਬੈਕ ਹੋ ਰਿਹਾ ਹੈ।
ਹੁਣ ਮੈਨੂੰ ਪਾਸਟ ਲਾਈਫ 'ਚ ਜਾ ਕੇ ਪਤਾ ਲੱਗਿਆ ਅੱਛਾ ਮੈਂ ਇਹ ਕੀਤਾ ਸੀ ਜਿਸ ਦੇ ਕਾਰਨ ਮੇਰੇ ਨਾਲ ਇਹ ਹੋਇਆ, ਹੁਣ ਉਹ ਨੌਨ ਇਸ਼ੂ ਬਣ ਗਿਆ, ਮੈਂ ਉਹ ਥਾਟ ਭੇਜਣੀ ਯੂਨੀਵਰਸ ਨੂੰ ਬੰਦ ਕਰਤੀ। ਸੋ ਦੈਟ ਸਿਚੁਏਸ਼ਨ ਸਮਵੇਅਰ ਇਜ਼ ਰਿਜ਼ੋਲਵਿੰਗ ਐਂਡ ਐਟ ਦਿਸ ਲਾਈਫ ਲੈਵਲ ਬਾਈ ਇਟਸੈਲਫ। ਯੂ ਮੀਨ ਜਿੰਨਾ ਮੈਂ ਸਮਝ ਪਾ ਰਹੀ ਹਾਂ ਕਿ ਨੌਲੇਜ ਦੇ ਨਾਲ ਆਈ ਮੀਨ ਕੈਨ ਨਾਟ ਚੇਂਜ ਯੂਅਰ ਥਾਟਸ ਕੌਨਸ਼ੀਅਸਲੀ, ਕਿ ਅਗਰ ਮੈਂ ਚਾਹੂੰ ਕਿ ਜਿਵੇਂ ਤੁਸੀਂ ਦੱਸਿਆ ਮੈਨੂੰ ਕਿਵੇਂ ਮੈਂ ਅਗਰ ਮੈਂ ਇਹ ਥਾਟ ਨੂੰ ਬਾਰ-ਬਾਰ ਬੋਲਦੀ ਰਹਾਂ, ਪਰ ਜਦ ਤੱਕ ਮੈਨੂੰ ਰੀਜ਼ਨ ਹੀ ਨਹੀਂ ਪਤਾ ਚੱਲੇਗਾ ਤਦ ਤੱਕ ਉਹਦਾ ਕੋਈ ਫਾਇਦਾ ਨਹੀਂ ਹੈ। ਕਰੈਕਟ ਬਿਲਕੁਲ, ਮੈਂ ਠੀਕ ਸਮਝਿਆ ਨਾ? ਹਾਂ ਹਾਂ, ਬਟ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਥਾਟ ਨੂੰ ਇਸ ਲਾਈਫ 'ਚ ਨਹੀਂ ਚੇਂਜ ਕਰ ਸਕਦੇ, ਬਿਲਕੁਲ ਕਰ ਸਕਦੇ ਹਾਂ ਹੀਲਿੰਗਸ ਦੇ ਨਾਲ। ਜੇ ਕਿਸੇ ਨੂੰ ਪਾਸਟ ਲਾਈਫ ਦਾ ਇਸ਼ੂ ਨਹੀਂ ਹੈ, ਕੋਈ ਹੁਣ ਇਸ਼ੂ ਹੈ, ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਅੱਛਾ ਨਹੀਂ ਹੈ, ਤੇ ਹੀਲਿੰਗਸ ਦੇ ਨਾਲ ਇਹ ਸਾਰੀਆਂ ਚੀਜ਼ਾਂ ਚੇਂਜ ਕੀਤੀਆਂ ਜਾ ਸਕਦੀਆਂ। ਅਗੇਨ ਦ ਪਾਵਰ ਆਫ ਦ ਸਬਕੌਂਸ਼ੀਅਸ ਮਾਈਂਡ, ਉੱਥੇ ਜਾ ਕੇ ਜਦੋਂ ਬਿਲੀਵ ਹੋਣਾ ਸ਼ੁਰੂ ਹੋ ਗਿਆ ਤੇ ਇੱਥੇ ਮੈਨੀਫੈਸਟ ਹੋਣਾ ਸ਼ੁਰੂ ਹੋ ਗਿਆ। ਹੀਲਿੰਗ ਕੀ ਹੁੰਦੀ ਹੈ ਹੁਣ ਇਹ ਥੋੜਾ ਜਿਹਾ ਜਨਰਲੀ ਥੋੜਾ ਦੱਸ ਦਿਓ। ਮੈਂ ਹੀਲਿੰਗ ਕਰਨੀ ਹਾਂ ਹਿਪਨੋਟਿਜ਼ਮ ਦੇ ਥਰੂ। ਆਈ ਐਮ ਅ ਸਰਟੀਫਾਈਡ ਹਿਪਨੋਟਿਸਟ ਐਂਡ ਹਿਪਨੋਟਿਜ਼ਮ ਇਜ਼ ਦ ਕੁਇਕੈਸਟ ਵੇ ਟੂ ਟੈਪ ਦ ਸਬਕੌਂਸ਼ੀਅਸ ਮਾਈਂਡ, ਤੇ ਮੈਂ ਉਹਦੇ ਥਰੂ ਜਾ ਕੇ ਸਬਕੌਂਸ਼ੀਅਸ ਮਾਈਂਡ 'ਚ ਜਾ ਕੇ ਜੋ ਇਸ਼ੂ ਹੁੰਦਾ ਹੈ ਉਹਨੂੰ ਰਿਜ਼ੋਲਵ ਕਰਦੀ ਹਾਂ। ਸੋ ਵੰਸ ਦ ਪਰਸਨ ਥਰੂ ਦ ਕੋਰਸ ਆਫ ਦ ਹੀਲਿੰਗ ਸਟਾਰਟਸ ਬਿਲੀਵਿੰਗ ਇਨਟੂ ਇਟ, ਥਿੰਗਸ ਸਟਾਰਟ ਚੇਂਜਿੰਗ। तो जनरली ਤੁਹਾਡੇ ਕੋਲ ਜਿਹੜੇ ਲੋਕ ਆਉਂਦੇ ਹੋਣਗੇ, ਜ਼ਾਹਿਰ ਹੈ ਹਰ ਕਿਸੇ ਦੀ ਲਾਈਫ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਰਹਿੰਦੀ ਹੈ, ਚੈਲੰਜਸ ਰਹਿੰਦੇ ਨੇ, ਤੁਹਾਡੇ ਕੋਲ ਆਉਂਦੇ ਨੇ ਤੇ ਜਦ ਸੌਰਟ ਆਊਟ ਹੋ ਜਾਂਦੇ ਨੇ, ਆਈ ਮੀਨ ਇੱਕ ਫੀਲਿੰਗ ਆਫ ਸੈਟੀਸਫੈਕਸ਼ਨ ਕਿਸ ਤਰ੍ਹਾਂ ਦਾ ਹੁੰਦਾ ਤੁਹਾਡੇ, ਕੀ ਫੀਲ ਹੁੰਦਾ ਉਸ ਟਾਈਮ? ਦੇਖੋ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਮੈਂ ਕਰਨ ਵਾਲੀ ਕੋਈ ਨਹੀਂ, ਮੇਰੀ ਕੀ ਔਕਾਤ ਹੈ, ਕਰਨ ਵਾਲਾ ਤੇ ਉੱਪਰ ਵਾਲਾ ਹੈ ਨਾ। ਆਈ ਐਮ ਜਸਟ ਅ ਮੀਡੀਅਮ, ਆਈ ਐਮ ਜਸਟ ਅ ਫੈਸਿਲਿਟੇਟਰ। ਇੱਕ ਗਿਫਟ ਦਿੱਤਾ ਉੱਪਰ ਵਾਲੇ ਨੇ ਤੇ ਉਹਦੇ ਬਾਅਦ ਮੇਰਾ ਕੀ ਫਰਜ਼ ਹੈ ਕਿ ਮੈਂ ਉਹਨੂੰ ਓਨੈਸਟਲੀ ਨਿਭਾਵਾਂ। ਜੇ ਮੈਂ ਇਹ ਕਹਿਣਾ ਸ਼ੁਰੂ ਕਰਦਾ ਕਿ ਮੈਂ ਕੀਤਾ ਤੇ ਫਿਰ ਤੇ ਰੱਬ ਹੀ ਹੋ ਗਏ ਨਾ। ਇਹ ਹੈ ਕਿ ਹਾਂ ਇੱਕ ਤੁਸੀਂ ਇੱਕ ਤਰ੍ਹਾਂ, ਮੈਂ ਕਹਿੰਦੀ ਹਾਂ ਕਿ ਆਈ ਐਮ ਲਾਈਕ ਅ ਕਨੈਕਟਿੰਗ ਫਲਾਈਟ ਟੂ ਦੀ ਆਲਮਾਈਟੀ। ਆਈ ਐਮ ਜਸਟ ਟੇਕਿੰਗ ਯੂ ਨੋ ਫਰੋਮ ਯੋਰ ਡੈਸਟੀਨੇਸ਼ਨ ਟੂ ਯੋਰ ਗੋਲ ਵਿਚ ਇਜ਼ ਦੀ ਆਲਮਾਈਟੀ। ਤੇ ਓਬਵੀਅਸਲੀ ਬਹੁਤ ਚੰਗਾ ਲੱਗਦਾ ਹੈ, ਲੋਕੀ ਬਲੈਸਿੰਗਸ ਦੇ ਕੇ ਜਾਂਦੇ ਨੇ, ਬੜਾ ਇੱਕ ਅੱਛੀ ਫੀਲਿੰਗ ਆਉਂਦੀ ਹੈ। ਲੇਕਿਨ ਉਹਦੇ ਨਾਲ ਬਹੁਤ ਸਾਰੇ, ਕਿਉਂਕਿ ਜਦ ਵੀ ਕੋਈ ਬੰਦਾ ਪਰੇਸ਼ਾਨ ਹੁੰਦਾ ਤਾਂ ਜ਼ਾਹਿਰ ਹੈ ਥੋੜਾ ਨੈਗੇਟਿਵ ਹੈ। ਬਿਲਕੁਲ ਬਿਲਕੁਲ, ਉਹਦੇ ਵਾਸਤੇ ਤੁਹਾਨੂੰ ਆਪਣਾ ਨੂੰ ਪ੍ਰੋਟੈਕਟ ਵੀ ਕਰਨਾ ਪੈਂਦਾ ਹੋਏਗਾ। ਦੇਖੋ ਤੁਸੀਂ ਜਦੋਂ ਆਏ ਸੀ ਤੇ ਤੁਸੀਂ ਗੱਲ ਕਹੀ ਸੀ ਕਿ ਇਸ ਕਮਰੇ ਦੀ એનર્ਜੀਜ਼ ਬਹੁਤ ਪੋਜ਼ਿਟਿਵ ਨੇ। ਮੈਂ ਸਵੇਰੇ 5 ਵਜੇ ਤੋਂ 7 ਵਜੇ ਤੱਕ ਇਸ ਕਮਰੇ 'ਚ ਮੈਡੀਟੇਟ ਕਰਨੀ ਆ ਜੀ। ਸੋ ਆਈ ਹੈਵ ਟੂ ਪ੍ਰੋਟੈਕਟ ਮਾਈ ਔਰਾ, ਆਈ ਹੈਵ ਟੂ ਸਟਰੈਂਥਨ ਮਾਈ ਔਰਾ, ਸੋ ਦੈਟ ਇਜ਼ ਅ ਪਾਰਟ ਆਫ ਮਾਈ ਡੇਲੀ ਰਿਚੁਅਲ। ਬਿਲਕੁਲ, ਯਾਨੀ ਤੁਹਾਡੇ ਕੋਲ ਜਿੰਨੇ ਵੀ ਲੋਕ ਆਉਂਦੇ ਨੇ ਉਹਨਾਂ ਦੀ ਪ੍ਰੋਬਲਮ ਸੋਲਵ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਸ਼ੀਲਡ ਦੇਣੀ ਪੈਂਦੀ ਹੈ। ਨਹੀਂ ਦੇਖੋ ਬਿਲੀਫ ਸਿਸਟਮ ਇਹ ਕਰਨਾ ਪੈਂਦਾ ਹੈ ਜੋ ਬਹੁਤ ਸਾਰੇ ਲੋਕ ਮੇਰੀ ਫੀਲਡ 'ਚ ਜੇ ਨਹੀਂ ਕਰਦੇ ਤੇ ਉਹਨਾਂ ਨੂੰ ਪ੍ਰੋਬਲਮਸ ਆ ਜਾਂਦੀਆਂ ਕਿ ਮੈਂ ਕਰਨ ਵਾਲਾ ਨਹੀਂ ਹਾਂ, ਕਰਨ ਵਾਲਾ ਰੱਬ ਹੈ, ਮੈਂ ਤੇ ਸਿਰਫ ਵਿਟਨੈਸ ਕਰ ਰਹੀ ਹਾਂ। ਐਂਡ ਓਬਵੀਅਸਲੀ ਯੂ ਪ੍ਰੋਟੈਕਟ ਯੋਰ ਔਰਾ, ਬੜੇ ਤਰੀਕੇ ਹੁੰਦੇ ਆ ਸਾਡੇ ਕੋਲ ਪ੍ਰੋਟੈਕਸ਼ਨ ਦੇ, ਤੇ ਉਹ ਅੰਡਰਟੇਕ ਕਰੀਦੇ ਨੇ। ਤੇ ਲੋਕਾਂ ਦੇ ਫੀਅਰਸ, ਫੋਬੀਆਸ ਤੁਸੀਂ ਦੂਰ ਕਰਦੇ ਹੋ। ਕਿਆ ਸੋਨੀਆ ਡਾਂਗ ਦਾ ਕੋਈ ਆਪਣਾ ਕੁਝ ਫੀਅਰ ਹੈ? ਫੀਅਰ ਸੀਗੇ ਜਦੋਂ ਮੈਂ ਆਪਣੇ ਹਸਬੈਂਡ ਨੂੰ ਕੈਂਸਰ ਦੇ ਬਹੁਤ ਕਲੋਜ਼ ਦੇਖਿਆ, ਜਦੋਂ ਮੈਂ ਰਿਅਲਾਈਜ਼ ਕੀਤਾ ਕਿ ਮੈਨੂੰ ਡ੍ਰੀਮ ਆਇਆ ਤੇ ਉਸੇ ਤਰੀਕੇ ਨਾਲ ਮੇਰੇ ਫਾਦਰ ਦੀ ਡੈਥ ਹੋ ਗਈ, ਬਟ ਦੈਨ ਆਈ ਅੰਡਰਸਟੂਡ that there is a purpose. So I just started asking the Almighty to show the right path. ਦੇਖੋ ਹੁੰਦਾ ਕੀ ਹੈ, ਲੋਕ ਕਹਿੰਦੇ ਨੇ ਕਿ ਬਈ ਇਹ ਤੇ ਹੋ ਹੀ ਨਹੀਂ ਸਕਦਾ ਸਾਡੀ ਲਾਈਫ 'ਚ, ਇਹ ਤੇ ਇਸ ਤਰ੍ਹਾਂ ਹੀ ਰਹੇਗਾ। ਮੇਰਾ ਐਟੀਟਿਊਡ ਇਹ ਹੈ ਕਿ ਜੇ ਤੁਸੀਂ ਆਪਣੇ ਮਾਂ ਪਿਓ ਨੇ ਹੱਥ ਫੜ ਕੇ ਖਿੱਚਣਾ ਸ਼ੁਰੂ ਕਰ ਦਿਓ ਕਿ ਨਹੀਂ ਇਹ ਤੇ ਚਾਹੀਦਾ, ਇਹ ਤੇ ਚਾਹੀਦਾ, ਇਹ ਤੇ ਚਾਹੀਦਾ, ਤੇ ਉਹ ਫਿਰ ਦੇ ਬੋਲੇਗਾ ਜਾ ਲੈ ਲੈ, ਰਾਈਟ? ਤੇ ਲੋਕ ਠੀਕ ਚੀਜ਼ ਕਿਸ ਕੀ ਹੈ ਸਾਨੂੰ ਪਤਾ ਨਹੀਂ ਕੀ ਮੰਗਣਾ ਹੈ। ਸੋ ਆਈ ਆਲਵੇਜ਼ ਟੈਲ ਦੀ ਆਲਮਾਈਟੀ ਸੈਂਡ ਹੈਪੀਨੈਸ, ਵਟ ਐਵਰ ਇਜ਼ ਰਾਈਟ ਸੈਂਡ ਦੈਟ। ਤੇ ਮੈਂ ਲੱਗੀ ਰਹਿੰਦੀ ਹਾਂ ਜਦ ਤੱਕ ਉਹ ਕਹਿਣਾ ਲੈ ਲੈ। ਸੋ ਦੈਟ ਇਜ਼ ਦ ਵੇ ਆਈ ਡੀਲ ਵਿਦ ਮਾਈ ਲਾਈਫ। ਤੋ ਆਈਡਲੀ ਤੁਹਾਡੇ ਹਿਸਾਬ ਨਾਲ ਤੁਸੀਂ ਕੀ ਕਹਿਣਾ ਚਾਹੋਗੇ, ਹਰ ਬੰਦੇ ਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ? ਪੋਜ਼ਿਟਿਵ ਥਾਟਸ ਦੇ ਨਾਲ। ਜਿੰਨੀ ਵੀ ਨੈਗੇਟਿਵ ਸਿਚੁਏਸ਼ਨ ਹੋਏ, ਪੋਜ਼ਿਟਿਵ ਥਾਟ ਇਜ਼ ਦ ਫਾਊਂਡੇਸ਼ਨ। ਵੀ ਮੇਰੇ ਕੋਲ ਲੋਕ ਆਉਂਦੇ ਨੇ, ਮੈਂ ਕਹਿੰਦੀ ਹਾਂ ਜਦ ਤੱਕ ਤੁਸੀਂ ਇਹ ਬਿਲੀਵ ਕਰਨਾ ਨਹੀਂ ਸ਼ੁਰੂ ਕਰੋਗੇ ਕਿ ਹੁਣ ਇਹ ਠੀਕ ਹੋਣ ਦੇ ਸਟਾਰਟ 'ਚ ਹੈ। ਦੇਖੋ ਡਾਕਟਰ ਜੇ ਦਵਾਈ ਦੇ ਰਿਹਾ ਹੈ ਤੇ ਤੁਸੀਂ ਉਹਨੂੰ ਖਾ ਨਹੀਂ ਰਹੇ ਤਾਂ ਡਾਕਟਰ ਕੀ ਕਰ ਲੇਗਾ? ਦੁਨੀਆ ਦਾ ਬੈਸਟ ਡਾਕਟਰ ਹੋ ਜਾਏ, ਉਹ ਕੀ ਕਰ ਲੇਗਾ? ਫਿਰ ਤੁਸੀਂ ਮੁੜ ਕੇ ਕਹੋਗੇ ਡਾਕਟਰ ਚੰਗਾ ਨਹੀਂ, ਪਰ ਤੁਸੀਂ ਦਵਾਈ ਨਹੀਂ ਖਾਈ। So that is very, very important to have a positive attitude despite any kind of negative situation. Being born in a Sikh family. जी.
तो ਕੁਝ ਅਪੋਜ਼ ਵਗੈਰਾ ਜਾਂ ਕੁਝ ਥੋੜਾ ਜਿਹਾ ਮਤਲਬ ਕਿ ਸਪੋਰਟ ਨਾ ਇਸ ਨੂੰ ਮਿਲੀ ਹੋਵੇ, ਐਸਾ ਕੁਝ ਰਿਹਾ ਤੁਹਾਡੇ ਨਾਲ? ਦੇਖੋ ਮੇਰੇ ਪੇਰੈਂਟਸ ਵੀ ਬਹੁਤ ਸਪੋਰਟਿਵ ਸੀਗੇ ਤੇ ਇੱਥੇ ਵੀ ਆਈ ਹਾਂ ਤੇ ਹਮੇਸ਼ਾ ਇਨਕਰੇਜ ਹੀ ਕੀਤਾ ਗਿਆ ਹੈ। ਮੇਰੀ ਜਿਹੜੀ ਨੰਦ ਹੈ ਉਹ ਮਿਸ ਇੰਡੀਆ ਆਸਟ੍ਰੇਲੀਆ ਸੀ ਤੇ ਸਾਡੇ ਘਰ ਕਦੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਕਿ ਤੁਸੀਂ ਇਹ ਨਾ ਕਰੋ ਤੇ ਜਾਂ ਉਹ ਨਾ ਕਰੋ। ਸੋ ਮਾਈ ਇਨ-ਲॉज ਆਲਸੋ ਹੈਵ ਬੀਨ ਵੈਰੀ ਵੈਰੀ ਸਪੋਰਟਿਵ। ਤੇ ਗੁਰਬਾਣੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈ? ਦੇਖੋ ਪਾਠ ਜਿਹੜਾ ਹੈ, ਜਿਹੜਾ ਨਿਤਨੇਮ ਹੈ, ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿਉਂਕਿ ਕਈ ਵਾਰੀ ਮੈਨੂੰ ਲੋਕ ਕਹਿੰਦੇ ਅੱਛਾ ਮੈਂ ਕਹਿੰਦੀ ਹਾਂ ਜੀ ਇਸ ਤਰ੍ਹਾਂ ਹੈ ਕਿ ਤੁਸੀਂ ਨਾ ਸੁਖਮਨੀ ਸਾਹਿਬ ਦਾ ਪਾਠ ਇਸ ਤਰ੍ਹਾਂ ਕਰਨਾ ਹੈ, ਮੈਂ ਟੇਪ ਤੇ ਸੁਣ ਲਾਂ ਤੇ ਮੈਂ ਕਿਹਾ ਟੇਪ ਤੇ ਸੁਣਨ ਨਾਲ ਕੀ ਹੋਏਗਾ? ਜਦ ਤੱਕ ਮੈਂ ਚੌਂਕੜੀ ਮਾਰ ਕੇ ਸਿਰ ਢੱਕ ਕੇ ਉਹ ਡਿਵਾਈਨ ਮੇਰੇ ਲਈ ਪਾਠ ਕੀ ਹੈ, ਉਹ ਕੋਈ ਵੀ ਪਾਠ ਹੋਵੇ, that is connection, that is my conversation with my parent energy। ਤੇ ਮੈਂ ਉਹ ਪਾਠ ਦੇ ਥਰੂ ਆਪਣੀ ਗੱਲ ਕਰ ਰਹੀ ਹਾਂ ਤੇ ਉਹ ਟੇਪ ਤੇ ਸੁਣਨ ਨਾਲ ਕੀ ਫਾਇਦਾ ਹੋਇਆ? ਤੇ ਮੈਨੂੰ ਲੱਗਦਾ ਹੈ ਜਿਹੜੇ ਰਿਚੁਅਲਸ ਨੇ ਆਪਣਾ, ਜੇ ਅਸੀਂ ਸਰਦਾਰਾਂ ਦੀ ਗੱਲ ਕਰੀਏ, ਆਪਣਾ ਗੁਰਦੁਆਰੇ ਰੈਗੂਲਰਲੀ ਜਾਣਾ, ਆਪਣਾ ਪਾਠ ਕਰਨਾ, ਜੇ ਅਸੀਂ ਨਹੀਂ ਕਰਾਂਗੇ ਤੇ ਅਸੀਂ ਆਪਣੇ ਅੱਗਿਆਂ ਦੀ ਜਨਰੇਸ਼ਨਸ ਨੂੰ ਕੀ ਦੱਸਾਂਗੇ? ਉਹਨਾਂ ਨੂੰ ਕੀ ਪਤਾ ਲੱਗੇਗਾ? ਠੀਕ ਹੈ। ਤੇ ਤੁਸੀਂ ਕਿਸ ਤਰ੍ਹਾਂ ਮਤਲਬ ਅੱਜ ਕੱਲ ਦਾ ਟਾਈਮ ਥੋੜਾ ਅਜਿਹਾ ਹੈਗਾ, ਤੁਸੀਂ ਵੀ ਬਹੁਤ ਬਿਜ਼ੀ ਰਹਿੰਦੇ ਹੋ, ਤਾਂ ਆਪਣੀ ਫੈਮਿਲੀ ਵਾਸਤੇ ਕਿਸ ਤਰ੍ਹਾਂ ਟਾਈਮ ਕੱਢਦੇ ਹੋ? ਦੇਖੋ ਇਸ ਤਰ੍ਹਾਂ ਹੈ, ਕੋਈ ਵੀ ਪ੍ਰੋਫੈਸ਼ਨ ਹੋਵੇ, ਸਾਡਾ ਪ੍ਰੋਫੈਸ਼ਨ ਮੇਰੇ ਖਿਆਲ ਨਾਲ ਡਾਕਟਰ ਦੀ ਤਰ੍ਹਾਂ ਹੀ ਹੈ ਤੇ ਕਿਉਂਕਿ ਮੈਂ ਤੇ ਰੀਡਿੰਗਸ ਹੀਲਿੰਗਸ ਲੋਕਾਂ ਲਈ ਦੁਨੀਆ ਭਰ ਕਰਨੀਆਂ ਤੇ ਟਾਈਮ ਜ਼ੋਨ ਡਿਫਰੈਂਸ ਦੇ ਕਾਰਨ ਕਈ ਵਾਰੀ ਰਾਤ ਨੂੰ ਵੀ ਮੈਸੇजेस ਆ ਰਹੇ ਹੁੰਦੇ ਨੇ, ਬਟ ਇਟ ਇਜ਼ ਵੈਰੀ ਇੰਪੋਰਟੈਂਟ ਟੂ ਕੰਪਾਰਟਮੈਂਟਲਾਈਜ਼ ਯੋਰ ਲਾਈਫ ਕਿ ਇਹ ਜਿਹੜਾ ਟਾਈਮ ਹੈ ਇਹ ਮੇਰੀ ਫੈਮਿਲੀ ਲਈ ਹੈ, ਇਹ ਟਾਈਮ ਮੇਰੇ ਕੰਮ ਲਈ ਹੈ। ਹਾਂ, ਉਸ ਵੇਲੇ ਜੇ ਕੋਈ ਐਮਰਜੈਂਸੀ ਦੀ ਸਿਚੁਏਸ਼ਨ ਆਏ ਤੇ ਯੂ ਲਾਈਕ ਅ ਡਾਕਟਰ, ਯੂ ਹੈਵ ਟੂ ਸਟੈਂਡ ਅਪ। ਬਟ ਇਹ ਕਰਨਾ ਕਿ ਮੈਂ ਆਪਣੀ ਫੈਮਿਲੀ ਨੂੰ ਇਗਨੋਰ ਕਰ ਲਾਂ ਤੇ ਕੰਮ ਕਰ ਲਾਂ ਜਾਂ ਕੰਮ ਨੂੰ ਇਗਨੋਰ ਕਰ ਲਾਂ ਤੇ ਫੈਮਿਲੀ ਕਰ ਲਾਂ, ਉਹ ਬੈਲੈਂਸ ਤਦੇ ਕਹਿੰਦੇ ਨਾ women can multitask। Of course, that is the why best example for that. that is why we are called the stronger sex। Right, ekdam sahi। How do you balance both lives? What do you do exactly? ਦੇਖੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਮੇਰੇ ਕੋਲ ਕੋਈ ਰੀਡਿੰਗ ਲਈ ਆਂਦਾ ਹੈ ਤੇ ਉਸ ਵੇਲੇ ਮੇਰਾ 2000% ਉਸ ਪਰਸਨ ਨਾਲ ਹੁੰਦਾ ਹੈ। ਕੋਈ ਰੀਡਿੰਗ ਲਈ ਆ ਰਿਹਾ, ਹੀਲਿੰਗ ਲਈ ਆ ਰਿਹਾ, ਵਾਸਤੂ ਲਈ ਆ ਰਿਹਾ ਹੈ। once that is done, once I'm with my in-laws or my husband or my son or my friends, then I'm there with them। when I'm here ਮੈਂ ਇੱਥੇ ਆ ਗਈ ਹਾਂ। that's very, it's a very natural transition for me। ਜਿਵੇਂ ਤੁਸੀਂ ਮੈਂਟਲ ਹੈਲਥ ਦੀ ਗੱਲ ਕੀਤੀ, ਮੈਂ ਇਸੇ ਤੇ ਆਉਣਾ ਚਾਹ ਰਹੀ ਸੀ। ਕਰੋਨਾ ਤੋਂ ਬਾਅਦ ਜ਼ਿਆਦਾਤਰ ਅਸੀਂ ਦੇਖ ਰਹੇ ਹਾਂ ਫਿਜ਼ੀਕਲੀ ਤੋਂ ਜ਼ਿਆਦਾ ਮੈਂਟਲ ਹੈਲਥ ਟਾਰਗੇਟ ਕੀਤੀ ਹੈ ਕਰੋਨਾ ਨੇ, ਤੇ ਕੁਝ ਟਿਪਸ ਦੇਣਾ ਚਾਹੋਗੇ ਸਿੰਪਲ ਜੋ ਕੋਈ ਕਰ ਸਕੇ? ਦੇਖੋ ਟਿਪਸ 'ਚ ਇਹ ਚੀਜ਼ ਹੈ ਕਿ ਸੌਲਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਥਿੰਗ। ਜੇ ਕਿਸੇ ਨੂੰ ਨੈਗੇਟਿਵ ਲੱਗਦਾ ਹੈ ਤੇ ਤੁਸੀਂ ਇੱਕ ਬਾਲਟੀ ਪਾਣੀ 'ਚ ਨਮਕ ਪਾ ਕੇ ਆਪਣੇ ਨੀਜ਼ ਤੱਕ ਉਹਦੇ ਵਿੱਚ ਪੈਰ ਰੱਖ ਕੇ ਬੈਠੋ, ਉਹਦੇ ਨਾਲ ਵੀ ਔਰਾ ਕਲੈਂਸ ਹੁੰਦਾ ਹੈ। ਰੌਕ ਸਾਲਟ ਹੁੰਦੀ ਹੈ, ਸੀ ਸਾਲਟ ਹੁੰਦੀ ਹੈ, ਉਹ ਆਪਣੇ ਘਰ 'ਚ ਹਰ ਕਮਰੇ 'ਚ ਰੱਖੋ, ਉਹਨੂੰ ਸੈਟਰਡੇ ਫਲਸ਼ ਕਰੋ। ਖਿੜਕੀਆਂ ਦਰਵਾਜ਼ੇ 10-15 ਮਿੰਟ ਖੁੱਲ੍ਹਣੇ ਚਾਹੀਦੇ ਨੇ ਤਾਂ ਕਿ ਨੈਗੇਟਿਵ ਐਨਰਜੀ, ਐਂਗਜ਼ਾਇਟੀ, ਨੈਗੇਟਿਵ ਐਨਰਜੀ ਇਜ਼ ਨੋਟ ਐਗਜ਼ੈਕਟਲੀ ਲਾਈਕ ਅ ਵੈਰੀ ਸਟਰੋਂਗ ਟਰਮ। ਜਿਸ ਤਰ੍ਹਾਂ ਉਸ ਤਰ੍ਹਾਂ ਲਈਏ, ਘਰ 'ਚ ਕਿਸੇ ਨਾਲ ਲੜਾਈ ਹੋਈ, ਜੀ ਹਸਬੈਂਡ ਆਏ ਬਿਜ਼ਨਸ ਦੀ ਕੋਈ ਟੈਨਸ਼ਨ ਨਾਲ, ਕੋਈ ਬੱਚੇ ਨੂੰ ਕੋਈ ਟੈਨਸ਼ਨ ਹੈ, ਉਹ ਸਾਰੀ 에ਅਰ 'ਚ ਰੋਟੇਟ ਕਰ ਰਹੀ ਹੁੰਦੀ ਹੈ। ਸੋ ਇਟਸ ਵੈਰੀ ਇੰਪੋਰਟੈਂਟ ਕਿ 10-15 ਮਿੰਟ ਖਿੜਕੀਆਂ ਖੋਲੀ ਜਾਣ, ਪੋਜ਼ਿਟਿਵ ਐਨਰਜੀ ਅੰਦਰ ਆਏ। ਲੇਕਿਨ ਸਾਰਾ ਦਿਨ ਵੀ ਖਿੜਕੀਆਂ ਨਹੀਂ ਖੋਲ੍ਹਣੀਆਂ, ਉਹ ਵੈਕਿਊਮ ਕ੍ਰੀਏਟ ਹੋ ਜਾਂਦਾ ਹੈ। ਤੇ ਪਾਠ ਘਰ 'ਚ ਲਗਾਉਣਾ, ਇਹ ਬਹੁਤ ਪੋਜ਼ਿਟਿਵ ਚੀਜ਼ਾਂ ਨੇ ਐਂਡ ਪੋਜ਼ਿਟਿਵ ਥਾਟ। ਅੱਛਾ, ਜ਼ਿਆਦਾਤਰ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ? ਜ਼ਿਆਦਾਤਰ all kinds issues in workplaces, marital issues, career related issues, depression, ਜਿਹੜੇ ਬੱਚੇ ਨੇ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਉਹਨਾਂ ਦੇ ਬॉयਫ੍ਰੈਂਡ ਗਰਲਫ੍ਰੈਂਡ ਇਸ਼ੂਜ਼, ਸਭ ਤਰ੍ਹਾਂ ਦੇ ਇਸ਼ੂਜ਼ ਹੈ ਕਿ ਸਾਨੂੰ ਦੁਨੀਆ 'ਚ ਕਰੀਅਰ ਦੇ, ਹੈਲਥ ਦੇ, ਰਿਲੇਸ਼ਨਸ਼ਿਪ ਤੇ, ਫਾਈਨਾਂਸ ਤੇ। ਹਾਂ, ਤੇ ਇਹ ਸਾਰੀ ਚੀਜ਼ਾਂ ਦੇ ਅਰਾਊਂਡ ਰਿਵੋਲਵ ਕਰਦੇ ਨੇ। ਜ਼ਿੰਦਗੀ ਬਸ ਇਹਨਾਂ ਦੇ ਆਸ-ਪਾਸ ਹੀ ਘੁੰਮਦੀ ਰਹਿੰਦੀ ਹੈ। ਕਈ ਬੜੇ ਸੀਰੀਅਸ ਇਸ਼ੂਜ਼ ਆਉਂਦੇ ਨੇ, ਜੇ ਸਮਬਡੀ ਇਜ਼ ਵੈਰੀ ਵੈਰੀ ਟਰਮੀਨਲੀ ਇਲ ਤੇ ਮੈਡੀਕਲ ਟ੍ਰੀਟਮੈਂਟ ਤੇ ਡਾਕਟਰ ਕਰ ਰਿਹਾ ਹੈ, ਪਰ ਮਾਈਂਡ ਦਾ ਟ੍ਰੀਟਮੈਂਟ ਤੇ ਕਰਨਾ ਪਏਗਾ ਨਾ। ਜੇ ਮਾਈਂਡ ਹੀ ਗਿਵ ਅਪ ਕਰ ਜਾਏ
ਤੇ ਮੈਂ ਇਹੀ ਤੁਹਾਡੇ ਨਾਲ ਗੱਲ ਵੀ ਕਰ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਕੰਮ ਕਰਨੀ ਆ। ਇਟਸ ਲਾਈਕ ਅ ਟ੍ਰੀਟਮੈਂਟ ਬੇਸਡ ਪ੍ਰੋਗਰਾਮ। ਜੇ ਕੋਈ ਆਏ ਕਿ ਜਿੱਥੇ ਮੈਨੂੰ ਆਈ ਹੈਵ ਟੂ ਸੀ ਦਿਸ ਪ੍ਰੋਬਲਮ ਥਰੂ, ਤੇ ਟੈਰੋ ਇਜ਼ ਲਾਈਕ ਦ ਡਾਇਗਨੋਸਿਸ। ਉਹਦੇ ਬਾਅਦ ਉਹਦੇ ਵਿੱਚ ਮੈਨੂੰ ਪਤਾ ਲੱਗਦਾ ਹੈ ਕਿ ਇਹਨੂੰ ਕੀ ਜ਼ਰੂਰਤ ਹੈ ਅੱਗੇ। ਤੇ ਫਿਰ ਹੀਲਿੰਗਸ, ਵਾਸਤੂ, ਨਿਊਮਰੋਲੋਜੀ ਆਰ ਲਾਈਕ ਦ ਮੋਡੈਲਿਟੀਜ਼ ਵਿਚ ਆਰ ਟ੍ਰੀਟਮੈਂਟਸ। ਬਟ ਮੈਨੂੰ ਇਹ ਲੱਗਦਾ ਹੈ ਕਿ ਹਰ ਬੰਦੇ ਨੂੰ ਨੇਮ ਕਰੈਕਸ਼ਨ ਤੇ ਵਾਸਤੂ ਕਰੈਕਸ਼ਨ ਕਰਾਉਣਾ ਚਾਹੀਦਾ ਹੈ, ਬਿਕੋਜ਼ ਉਹ ਕੀ ਹੁੰਦਾ ਹੈ, 2 ਪਿਲਰਸ ਤੁਹਾਡੇ ਲਾਈਫ ਦੇ ਠੀਕ ਹੋ ਜਾਂਦੇ ਨੇ ਫॉर ਗੁੱਡ। ਐਂਡ ਨੇਮ ਕਰੈਕਸ਼ਨ ਦੇ ਬਾਰੇ 'ਚ ਤਾਂ ਮੈਂ ਤੁਹਾਨੂੰ ਦੱਸ ਹੀ ਰਹੀ ਸੀ। ਤੇ ਉਹ ਕੀ ਰਹਿੰਦਾ ਹੈ ਕਿ ਉਹ ਇੱਕ ਵਾਰੀ ਠੀਕ ਹੋ ਗਿਆ, ਦੁਬਾਰਾ ਠੀਕ ਕਰਾਉਣ ਦੀ ਜ਼ਰੂਰਤ ਨਹੀਂ ਹੈ। ਤਾਂ ਇੱਕ ਫਾਊਂਡੇਸ਼ਨ ਪੋਜ਼ਿਟਿਵ ਹੋ ਗਈ। ਹੁਣ ਤੁਸੀਂ ਪੋਜ਼ਿਟਿਵ ਫਾਊਂਡੇਸ਼ਨ ਤੇ ਹੀ ਫਿਰ ਸਟੋਨਸ ਰੱਖ ਸਕਦੇ ਹੋ ਨਾ। ਜੇ ਫਾਊਂਡੇਸ਼ਨ ਹੀ ਹਿੱਲੀ ਹੋਈ ਹੈ, ਤੁਸੀਂ ਉੱਤੇ ਪੱਥਰ ਰੱਖਣਾ ਸ਼ੁਰੂ ਕਰ ਦਿਓ ਤਾਂ ਵੈਸਾ ਹੀ ਬਿਲਡਿੰਗ ਗਿਰ ਜਾਏਗੀ। ਸੋ ਦੈਟ ਇਜ਼ ਬੈਸਟ ਤਰੀਕਾ ਤੁਹਾਡਾ ਬੈਸਟ ਕੀ ਹੈ ਕਿਸ ਵਾਸਤੇ? ਹੀਲਿੰਗ ਵਾਸਤੇ, ਜਾਂ ਜੋ ਵੀ ਤੁਹਾਡੇ ਕੋਲ ਆਇਆ ਉਹਦੀ ਪ੍ਰੋਬਲਮ ਨੂੰ ਸੌਰਟ ਆਊਟ ਕਰਨ ਵਾਸਤੇ ਦ ਬੈਸਟ ਟੈਕਨੀਕ? ਦੇਖੋ, ਸਾਰੀ ਟੈਕਨੀਕਸ ਬੈਸਟ ਨੇ। ਜੇ ਹੁਣ ਨਿਊਮਰੋਲੋਜੀ ਦੀ ਅਸੀਂ ਗੱਲ ਕਰੀਏ, ਨੇਮ ਕਰੈਕਸ਼ਨ ਦੇ ਬਾਰੇ 'ਚ ਲੋਕ ਸੋਚਦੇ ਨੇ ਕਿ ਲੀਗਲੀ ਚੇਂਜ ਕਰਨਾ ਪਏਗਾ, ਬਿਕੋਜ਼ ਜ਼ਿਆਦਾਤਰ ਇਸ ਫੀਲਡ 'ਚ ਲੋਕ ਇਹੀ ਐਡਵਾਈਸ ਕਰਦੇ ਨੇ। ਮੈਂ ਨੇਮ ਕਰੈਕਸ਼ਨ ਜਿਸ ਤਰ੍ਹਾਂ ਕਰਨੀ ਹਾਂ, ਤੁਹਾਨੂੰ ਵਿਦਆਊਟ ਲੀਗਲੀ ਚੇਂਜਿੰਗ ਤੁਹਾਨੂੰ ਰੈਮੇਡੀ ਦੇਣੀ ਹਾਂ ਟੂ ਪਾਵਰ ਯੋਰ ਨੇਮ। ਹੁਣ 95% ਜਿਹੜੇ ਮੇਰੇ ਕਲਾਇੰਟਸ ਨੇ ਦੁਨੀਆ ਭਰ 'ਚ, ਉਹਨਾਂ ਨੇ ਇਨਕਲੂਡਿੰਗ ਮੀ ਐਂਡ ਮਾਈ ਸਨ, ਅਸੀਂ ਆਪਣਾ ਨੇਮ ਲੀਗਲੀ ਨਹੀਂ ਚੇਂਜ ਕੀਤਾ ਹੋਇਆ। ਔਰ ਨੇਮ ਕਰੈਕਸ਼ਨ ਦੇ ਪਿੱਛੇ ਮੈਂ ਤੁਹਾਨੂੰ ਦੱਸਾਂ, ਆਰ ਨੇਮ ਕੈਨ ਬੀ ਨੈਗੇਟਿਵ ਟੂ ਆਰ ਡੇਟ ਆਫ ਬਰਥ, ਔਰ ਇਟ ਕੈਨ ਬੀ ਐਨਮੀ, ਇਟ ਕੈਨ ਬੀ ਫਰੈਂਡਲੀ, ਔਰ ਇਟ ਕੈਨ ਬੀ ਨਿਊਟਰਲ। ਜੇ ਮੇਰਾ ਨਾਂ ਐਨਮੀ ਹੈ ਮੇਰੇ ਡੇਟ ਆਫ ਬਰਥ ਤੋਂ, ਤੇ ਕਿਹਾ ਜਾਏਗਾ ਇਹ ਜੋ ਵੀ ਕਰਦਾ ਹੈ ਉਹ ਪੁੱਠਾ ਪੈਂਦਾ ਹੈ। ਜੇ ਮੇਰਾ ਨਾਮ ਨਿਊਟਰਲ ਹੈ ਮੇਰੇ ਡੇਟ ਆਫ ਬਰਥ ਤੋਂ, ਤੇ ਕਿਹਾ ਜਾਏਗਾ ਕਿ ਇਹ ਜਿੰਨੀ ਵੀ ਐਫਰਟ ਕਰੇ ਇਹਨੂੰ ਐਵਰੇਜ ਰਿਜ਼ਲਟਸ ਮਿਲਦੇ ਨੇ। ਜੇ ਮੇਰਾ ਨਾਮ ਫਰੈਂਡਲੀ ਹੈ ਮੇਰੇ ਡੇਟ ਆਫ ਬਰਥ, ਤੇ ਫਿਰ ਕਹਿੰਦੇ ਨੇ ਕਿ ਥੋੜੀ ਵੀ ਐਫਰਟ ਕਰੇ ਬੰਦੇ ਨੂੰ ਫਲ ਜਾਂਦੀ ਹੈ। ਤੋ ਐਜ਼ ਅ ਨਿਊਮਰੋਲੋਜਿਸਟ ਮੇਰਾ ਕੰਮ ਹੈ ਤੁਹਾਡੇ ਨੇਮ ਨੂੰ ਫਰੈਂਡਲੀ ਕਰਨਾ, ਤੁਹਾਡੇ ਡੇਟ ਆਫ ਬਰਥ ਤੋਂ ਤੁਹਾਡੇ ਸਰਨੇਮ ਨੂੰ ਫਰੈਂਡਲੀ ਕਰਨਾ, ਤੇ ਕੰਬੀਨੇਸ਼ਨ ਨੂੰ ਫਰੈਂਡਲੀ ਕਰਨਾ। ਤੇ ਜਿਸ ਤਰ੍ਹਾਂ ਨੇਮ ਕਰੈਕਟ ਇੱਕ ਵਾਰੀ ਕਰੈਕਟਲੀ ਹੋ ਗਿਆ, ਤੇ ਉਹਦੇ ਬਾਅਦ ਜ਼ਿੰਦਗੀ ਭਰ ਉਹਨੂੰ ਦੁਬਾਰਾ ਚੇਂਜ ਕਰਨ ਦੀ ਲੋੜ ਨਹੀਂ। ਠੀਕ ਹੈ। ਸੇਮ ਇਜ਼ ਵਿਦ ਦ ਵਾਸਤੂ ਕਰੈਕਸ਼ਨ। ਲੋਕੀ ਮੇਰੇ ਖਿਆਲ ਨਾਲ ਇੱਕ ਲਾਈਫ ਟਾਈਮ 'ਚ ਮੁਸ਼ਕਿਲ ਨਾਲ ਇੱਕ ਘਰ ਬਦਲਦੇ ਹੋਣਗੇ, 2, ਇਸ ਤੋਂ ਜ਼ਿਆਦਾ ਤਾਂ ਨਹੀਂ ਬਦਲਦੇ। ਤੇ ਇੱਕ ਵਾਰੀ ਠੀਕ ਹੋ ਗਿਆ, ਉਹਦੇ ਬਾਅਦ ਉਹ ਫਾਊਂਡੇਸ਼ਨ ਜੋ ਪੋਜ਼ਿਟਿਵ ਹੋ ਗਈ ਹੈ। ਵਾਸਤੂ ਯਾਨੀ ਔਰ ਨੇਮ ਕਰੈਕਸ਼ਨ ਦਾ ਇੰਪੋਰਟੈਂਟ ਆ ਵੈਰੀ ਵੈਰੀ ਇੰਪੋਰਟੈਂਟ ਕਰਨਾ ਚਾਹੀਦਾ ਹੈ, ਹਰ ਇੱਕ ਨੂੰ ਕਰਾਉਣਾ ਚਾਹੀਦਾ ਹੈ। ਤੇ ਜੇ ਤੁਸੀਂ ਇਹ ਕਹਿ ਦੋ ਮੈਂ ਨਹੀਂ ਯਕੀਨ ਕਰਦਾ, ਹੁਣ ਦੇਖੋ ਇਹ ਤੇ ਉਹ ਗੱਲ ਹੋ ਗਈ ਕਿ ਬਿੱਲੀ ਸਾਹਮਣੇ ਬੈਠੀ ਹੈ ਤੇ ਕਬੂਤਰ ਕਹਿ ਰਿਹਾ ਕਿ ਮੈਂ ਤੇ ਮੰਨਦਾ ਨਹੀਂ ਪਿਆ ਬਿੱਲੀ ਹੈ। ਪਰ ਜੇ ਪ੍ਰੋਬਲਮਸ ਨੇ ਤੇ ਉਹਨਾਂ ਨੂੰ ਐਡਰੈਸ ਤੇ ਕਰਨਾ ਪਏਗਾ। ਤੇ ਪਹਿਲੇ ਤਾਂ ਮੈਂ ਆਪਣੀ ਫਾਊਂਡੇਸ਼ਨ ਠੀਕ ਕਰਾਂਗੀ ਨਾ, ਫਿਰ ਅੱਗੇ ਚੱਲਾਂਗੀ। ਸੋਨੀਆ ਜੀ, ਵੈਸੇ ਤਾਂ ਮਤਲਬ ਮੇਰੇ ਮਨ 'ਚ ਬਹੁਤ ਸਾਰੇ ਸਵਾਲ ਆ ਰਹੇ, ਜਿੰਨੇ ਵੀ ਤੁਸੀਂ ਜਵਾਬ ਦਿੰਦੇ ਜਾ ਰਹੇ ਹੋ ਨਾ, ਤੇ ਮੇਰੇ ਮਨ 'ਚ ਹੋਰ ਉਨੇ ਜ਼ਿਆਦਾ ਸਵਾਲ ਆ ਰਹੇ ਨੇ। ਬਟ ਥੋੜਾ ਜਿਹਾ ਟਾਈਮ ਬਾਉਂਡੇਸ਼ਨ ਦਾ ਰਹਿੰਦਾ ਤੁਹਾਡੇ ਨਾਲ ਹੈ, ਤੁਹਾਨੂੰ ਵੀ ਬਹੁਤ ਕੰਮ ਹੋਣਗੇ, ਔਰ ਮੈਂ ਵੀ ਜ਼ਿਆਦਾ ਟਾਈਮ ਸ਼ਾਇਦ ਨਹੀਂ ਲੈ ਪਾਵਾਂਗੀ ਇਸ ਕਰਕੇ ਤੁਹਾਡਾ। ਬਸ ਜਾਂਦੇ ਜਾਂਦੇ ਇਸ ਤੋਂ ਪਹਿਲਾਂ ਕਿ ਆਪਾਂ ਇਹ ਇੰਟਰੈਕਸ਼ਨ ਖਤਮ ਕਰੀਏ, ਤੇ ਕੁਝ ਮੈਸੇਜ ਅਸੀਂ ਜ਼ਰੂਰ ਚਾਹਾਂਗੇ ਸਭ ਦੇ ਵਾਸਤੇ ਤੁਹਾਡੇ ਵੱਲੋਂ ਕੁਝ ਜਾਏ। ਕੀ ਕਹਿਣਾ ਚਾਹੋਗੇ ਤੁਸੀਂ? ਮੈਸੇਜ ਜਿਹੜਾ ਮੈਂ ਹਰ ਵੇਲੇ ਹਰ ਇਨਸਾਨ ਜਿਹੜਾ ਮੇਰੇ ਕੋਲ ਆਂਦਾ ਹੈ ਉਹਨੂੰ ਇਹ ਚੀਜ਼ ਚਾਹਨੀ ਹਾਂ ਕਿ ਸਮਝ ਕੇ ਮੇਰੇ ਕੋਲ ਜਾਏ ਕਿ ਜਿਸ ਤਰ੍ਹਾਂ ਮੈਂ ਇੱਕ ਵਾਰੀ ਫੇਸਬੁੱਕ ਤੇ ਲਿਖਿਆ ਸੀ ਕਿ ਟੈਲ ਮੀ ਸਮਥਿੰਗ ਦੈਟ ਮੇਕਸ ਯੂ ਹੈਪੀ। ਅੱਛਾ, ਹੁਣ ਕੋਈ ਜਵਾਬ ਨਹੀਂ। ਫਿਰ ਮੈਂ ਲਿਖਿਆ ਟੈਲ ਮੀ ਸਮਥਿੰਗ ਦੈਟ ਮੇਕਸ ਯੂ ਸੈਡ। ਇਹ ਲੰਬੀ ਲਿਸਟ, ਤੇ ਲਿਸਟਾਂ ਤੇ ਸਭ ਕੋਲ ਨੇ, ਤੁਹਾਡੇ ਕੋਲ ਵੀ ਨੇ, ਮੇਰੇ ਕੋਲ ਵੀ ਨੇ, ਇਹਨਾਂ ਕੋਲ ਵੀ ਨੇ। ਬਟ ਹੁੰਦਾ ਕੀ ਹੈ ਕਿ ਜਦ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਤੇ ਪਹਿਲੇ ਤਾਂ ਅਸੀਂ ਰੋਂਦੇ ਰਹਿੰਦੇ ਹਾਂ ਕਿ ਇਹ ਚੀਜ਼ ਨਹੀਂ ਹੈ। ਜਦੋਂ ਉਹ ਮਿਲ ਜਾਂਦੀ ਹੈ ਤੇ ਅਸੀਂ ਕਹਿੰਦੇ ਅੱਛਾ ਇਹ ਤੇ ਹੋ ਗਿਆ, ਹੁਣ ਕੀ, ਹੁਣ ਅਗਲੀ ਚੀਜ਼ ਨਹੀਂ ਹੈ। ਅਸੀਂ ਕਦੀ ਸ਼ੁਕਰੀਆ ਨਹੀਂ ਕਰਦੇ, ਸਿਰ ਝੁਕਾ ਕੇ ਉੱਪਰ ਵਾਲੇ ਨੂੰ ਇਹ ਨਹੀਂ ਕਹਿੰਦੇ ਕਿ ਰੱਬ ਤੇਰਾ ਬੜਾ ਸ਼ੁਕਰ ਹੈ, ਇਹ ਚੀਜ਼ ਮੈਂ ਚਾਹੁੰਦਾ ਸੀ ਜਾਂ ਚਾਹੁੰਦੀ ਸੀ ਤੂੰ ਮੈਨੂੰ ਇਹ ਦੇਤਾ। ਤੇ ਜਦੋਂ ਅਸੀਂ ਗ੍ਰੈਟੀਟਿਊਡ ਪੇ ਕਰਨੇ ਹਾਂ ਯੂਨੀਵਰਸ ਨੂੰ, ਤੇ ਉਹ ਐਂਪਲੀਫਾਈ ਹੋ ਕੇ ਵਾਪਸ ਆਉਂਦਾ ਹੈ ਸਾਡੀ ਲਾਈਫ 'ਚ। ਪਰ ਇਨਸਟੈਡ ਅਸੀਂ ਕੀ ਕਰਨੇ ਹਾਂ, ਹਰ ਵੇਲੇ ਗ੍ਰੰਬਲ ਕਰਦੇ ਰਹਿੰਦੇ ਹਾਂ, ਹੁਣ ਇਹ ਨਹੀਂ, ਹੁਣ ਇਹ ਨਹੀਂ, ਹੁਣ ਇਹ ਨਹੀਂ, ਤੇ ਕੀ ਵਾਪਸ ਆਉਂਦਾ ਹੈ, ਇਹ ਨਹੀਂ। ਤਾਂ ਇਨਸਟੈਡ ਗਿਵ ਗ੍ਰੈਟੀਟਿਊਡ ਫॉर ਦ ਥਿੰਗਸ ਜਿਹੜੀਆਂ ਤੁਹਾਡੀ ਲਾਈਫ 'ਚ ਹੋ ਗਈਆਂ ਨੇ। ਹਰ ਵੇਲੇ ਉੱਪਰ ਵਾਲੇ ਨੂੰ ਕਹੋ ਕਿ ਰੱਬਾ ਤੇਰਾ ਬੜਾ ਸ਼ੁਕਰ ਹੈ, ਤੂੰ ਇਹ ਦਿੱਤਾ, ਹੁਣ ਮੈਨੂੰ ਇਹ ਵੀ ਦੇ। You know, the rule that people don't know about is that the universe is ready to give, but you need to ask with belief. You have to believe this is going to come, ਤੇ ਉਹ ਜ਼ਰੂਰ ਆਏਗਾ। ਇਸ ਸਾਲ ਮੈਨੂੰ ਦਿੱਲੀ ਗਵਰਨਮੈਂਟ ਤੋਂ ਅਵਾਰਡ ਮਿਲਿਆ ਹੈ ਫॉर ਮਾਈ ਵਰਕ ਇਨ ਦ ਫੀਲਡ ਆਫ ਟੈਰੋ, ਨਿਊਮਰੋਲੋਜੀ, ਵਾਸਤੂ, ਹੀਲਿੰਗਸ ਐਂਡ ਪਾਸਟ ਲਾਈਫ। ਜਿਸ ਤਰ੍ਹਾਂ ਮੈਂ ਦੱਸਿਆ 11 ਸਾਲ ਹੋ ਗਏ ਮੈਨੂੰ ਇਸ ਫੀਲਡ 'ਚ। ਆਈ ਹੈਵ delivered speeches on the Women's Company Secretaries Forum of India,
I have been the spiritual groomer for Mr. and Miss India. I have written predictions for television and for magazines across the world. And also my life story has been covered by an author in her book Believers, the Achievers. So this has been the journey. There have been other awards. So that's about me. ਰਾਈਟ ਸੋਨੀਆ ਜੀ ਆਈ ਮੀਨ ਬਹੁਤ ਹੀ ਵੰਡਰਫੁਲ ਐਕਸਪੀਰੀਅੰਸ ਮੇਰੇ ਲਈ ਮਤਲਬ ਲਾਈਫ ਟਾਈਮ ਦਾ ਮੈਂ ਕਹਾਂਗੀ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਕੋਲ ਬਹੁਤ ਕੁਝ ਜਾਣ ਕੇ ਤੁਹਾਡੇ ਬਾਰੇ ਜਾਣ ਕੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਪ੍ਰਾਊਡ ਸਿੱਖ ਨਿਓਰ ਦੇ ਅੱਜ ਦੇ ਸਫ਼ਰ 'ਚ ਬਸ ਇੰਨਾ ਹੀ ਮੈਂ ਇੰਦਰਪ੍ਰੀਤ ਸਿੰਘ ਜੀ ਨੂੰ ਤੇ ਗਲੋਬਲ ਮਿਡਾਸ ਫਾਊਂਡੇਸ਼ਨ ਨੂੰ ਬਹੁਤ ਬਹੁਤ ਬੈਸਟ ਵਿਸ਼ੇਸ ਦੇਣਾ ਚਾਹਾਂਗੀ ਬਹੁਤ ਚੰਗਾ ਕੰਮ ਕਰ ਰਹੇ ਨੇ ਸਰਦਾਰਾਂ ਵਾਸਤੇ ਤੇ ਸਰਦਾਰਨੀ ਹੋਣ ਦੇ ਕਾਰਨ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਕੋਈ ਇਸ ਤਰ੍ਹਾਂ ਵੀ ਹੈ ਜੋ ਸਾਡੇ ਲਈ ਇਸ ਤਰ੍ਹਾਂ ਕੰਮ ਕਰ ਰਿਹਾ ਹੈ ਸੋ ਮੇਰੇ ਵੱਲੋਂ ਬਹੁਤ ਬਹੁਤ ਬੈਸਟ ਵਿਸ਼ੇਸ ਤੁਹਾਡੇ ਲਈ